ਆਸਟ੍ਰੇਲੀਆ ਤੇ ਕੈਨੇਡਾ ਜਾਣ ਦੇ ਚਾਹਵਾਨਾਂ ਦੇ ਲਈ ਇੱਕ ਵਾਰੀ ਫਿਰ ਤੋਂ ਅਸੀਂ ਜ਼ਰੂਰੀ ਤਾਜ਼ਾ ਤੇ ਚੰਗੀ ਖਬਰ ਲੈ ਕੇ ਆਏ ਹਾਂ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰਾਈਮ ਟਾਈਮ ਦੇ ਨਾਲ ਮੈਂ ਹਰਸ਼ਰਨ ਕੌਰ। ਪੰਜਾਬੀ ਨੌਜਵਾਨ ਪੰਜਾਬ ਨੂੰ ਛੱਡ ਕੇ ਵਿਦੇਸ਼ ਦੀ ਧਰਤੀ ਤੇ ਜਾਣ ਲਈ ਕਾਲੇ ਰਹਿੰਦੇ ਨੇ। ਇਸ ਦੇ ਪਿੱਛੇ ਹਮੇਸ਼ਾ ਉਹਨਾਂ ਦਾ ਸ਼ੌਕ ਨਹੀਂ ਹੁੰਦਾ, ਉਹਨਾਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਨੇ। ਢੰਗ ਤਰੀਕਾ ਕਈ ਵਾਰੀ ਤਾਂ ਕੋਈ ਵੀ ਅਪਣਾਉਣਾ ਪੈ ਜਾਵੇ। ਨੌਜਵਾਨਾਂ ਨੂੰ ਹੁੰਦਾ ਕਿ ਅਸੀਂ ਇੱਕ ਵਾਰੀ ਬਾਹਰ ਨਿਕਲ ਜਾਈਏ ਕਿਉਂਕਿ ਇੱਥੇ ਸਾਡਾ ਕੁਝ ਨਹੀਂ ਬਣ ਰਿਹਾ। ਸਰਕਾਰਾਂ ਨੇ ਇਥੋਂ ਦੇ ਰੋਜ਼ਗਾਰ ਨੂੰ ਵੀ ਖੋਖਲਾ ਕਰ ਛੱਡਿਆ ਹੈ, ਇਥੋਂ ਦੇ ਪੌਣ ਪਾਣੀ ਨੂੰ ਵੀ ਖੋਖਲਾ ਕਰ ਛੱਡਿਆ ਹੈ। ਕੁਦਰਤੀ ਸਰੋਤ ਬਚੇ ਨਹੀਂ। ਦੂਸਰੇ ਮੁਲਕਾਂ ਦੇ ਮੁਕਾਬਲੇ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਦਾਖਲਾ ਜ਼ਿਆਦਾ ਮੁਸ਼ਕਲ ਹੈ। ਜਿਨ੍ਹਾਂ ਦੇਸ਼ਾਂ ਨੂੰ ਡੌਂਕੀ ਵੱਜ ਜਾਂਦੀ ਹੈ ਉੱਥੇ ਪੈਰ ਧਰਨ ਦੇ ਲਈ ਪੰਜਾਬੀ ਜਾਨ जोखम ਦੇ ਵਿੱਚ ਪਾ ਕੇ ਜਾਣ ਤੋਂ ਵੀ ਨਹੀਂ ਰੁਕਦੇ ਤੇ ਇਸ ਦੇ ਪਿੱਛੇ ਜਿਹੜੇ ਠੱਗ ਟਰੈਵਲ ਏਜੰਟ ਹੁੰਦੇ ਨੇ ਉਹ ਸਭ ਤੋਂ ਵੱਧ ਜ਼ਿੰਮੇਦਾਰ ਨੇ, ਜਿਹੜੇ ਨੌਜਵਾਨਾਂ ਨੂੰ ਆਪਣੇ ਚੁੰਗਲ ਦੇ ਵਿੱਚ ਫਸਾ ਲੈਂਦੇ ਨੇ। ਪਰ ਜੇ ਨੌਜਵਾਨ ਕੈਨੇਡਾ ਸਰਕਾਰ ਦੀ ਅਧਿਕਾਰਿਤ ਵੈਬਸਾਈਟ ਨੂੰ ਦੇਖਣ ਤਾਂ ਇਹਨਾਂ ਦੇ ਚੁੰਗਲ ਵਿੱਚ ਨਹੀਂ ਫਸ ਸਕਦੇ। ਇਹਨਾਂ ਨੂੰ ਐਵੇਂ ਆਪਣੇ ਲੱਖਾਂ ਰੁਪਏ ਨਹੀਂ ਲੁਟਾ ਸਕਦੇ ਜੇ ਉਹਨਾਂ ਨੂੰ ਸਹੀ ਜਾਣਕਾਰੀ ਹੋਵੇ। ਦਹਾਕਿਆਂ ਪਹਿਲਾਂ ਵਾਪਰਿਆ ਮਾਲਟਾ ਕਾਂਡ ਹੈ ਜਿਹੜਾ, ਉਸ ਦੀ ਚੀਜ਼ ਹਾਲੇ ਵੀ ਮੱਠੀ ਨਹੀਂ ਪਈ ਹੈ। ਵਿਦੇਸ਼ ਜਾਣ ਦੇ ਲਈ ਕਈ ਨੌਜਵਾਨਾਂ ਨੂੰ, ਕਈ ਪਰਿਵਾਰਾਂ ਨੂੰ ਕੀ ਕੁਛ ਨਹੀਂ ਕਰਨਾ ਪੈਂਦਾ। ਕਈ ਨੌਜਵਾਨਾਂ ਨੂੰ ਤਾਂ ਆਪਣੀ ਬੇਬੇ ਦੇ ਜਿਹੜੇ ਗਹਿਣੇ ਨੇ ਉਹ ਵੇਚਣੇ ਪੈ ਜਾਂਦੇ ਨੇ, ਆੜਤੀਆਂ ਤੋਂ ਸੂਦ ਦੇ ਵਿੱਚ ਪੈਸੇ ਫੜਨੇ ਪੈ ਜਾਂਦੇ ਨੇ, ਜ਼ਮੀਨ ਬੈ ਧਰਨੀ ਪੈ ਜਾਂਦੀ ਹੈ, ਕਈਆਂ ਨੂੰ ਤਾਂ ਜ਼ਮੀਨ ਵੇਚਣੀ ਤੱਕ ਪੈ ਜਾਂਦੀ ਹੈ। ਧਾਰੇ ਉਧਾਰੇ ਪੈਸੇ ਨੇ ਜਿਹੜੇ ਉਹ ਫੜਨੇ ਪੈ ਜਾਂਦੇ ਨੇ ਅਤੇ ਰਿਸ਼ਤੇਦਾਰਾਂ ਤੋਂ ਵੀ ਪੈਸੇ ਇਕੱਠੇ ਕਰਨੇ ਪੈਂਦੇ ਨੇ। ਪੰਜਾਬ ਦੇ ਵੱਡੇ ਸ਼ਹਿਰਾਂ ਸਮੇਤ ਚੰਡੀਗੜ੍ਹ ਦੇ ਵਿੱਚ ਬਾਹਰ ਭੇਜਣ ਵਾਲੇ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੀ ਤਾਂ ਗਿਣਤੀ ਹੀ ਕਰਨੀ ਮੁਸ਼ਕਿਲ ਹੋਈ ਪਈ ਹੈ। ਆਇਲਸ ਦੇ ਨਾਂ ਤੇ ਵੱਡਾ ਕਾਰੋਬਾਰ ਚੱਲ ਰਿਹਾ ਹੈ। ਇਮੀਗ੍ਰੇਸ਼ਨ ਕੰਪਨੀਆਂ ਦਫ਼ਤਰ ਦੀਆਂ ਪੌੜੀਆਂ ਚੜ੍ਹਨ ਵਾਲਿਆਂ ਨੂੰ ਸਹਿਜੇ ਕੀਤੇ ਹੱਥੋਂ ਨਹੀਂ ਨਿਕਲਣ ਦਿੰਦੀਆਂ। ਇਹਨਾਂ ਨੇ ਜਿਹੜੇ ਨੌਕਰੀ ਦੇ ਉੱਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਵਾਲੇ EMPLOYEES ਰੱਖੇ ਹੁੰਦੇ ਨੇ ਉਹ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਦਾ ਕੋਈ ਵੀ ਮੌਕਾ ਨਹੀਂ ਜਾਣ ਦਿੰਦੇ। ਢੰਗ ਤਰੀਕਾ ਇਹਨਾਂ ਨੂੰ ਵੀ ਚਾਹੇ ਕੋਈ ਅਪਣਾਉਣਾ ਪੈ ਜਾਵੇ। ਅਣਗਿਣਤ ਇਮੀਗ੍ਰੇਸ਼ਨ ਏਜੰਟ ਲੋਕਾਂ ਦੇ ਪੈਸੇ ਜੇਬਾਂ 'ਚ ਪਾ ਕੇ ਦਫ਼ਤਰਾਂ ਨੂੰ ਜਿੰਦਰੇ ਮਾਰ ਕੇ ਇੱਥੋਂ ਤੁਰਦੇ ਬਣੇ ਨੇ। ਪੰਜਾਬ ਦਾ ਕਰੋੜਾਂ ਰੁਪਈਆ ਇਹਨਾਂ ਏਜੰਟਾਂ ਦੇ ਕੋਲ ਡੁੱਬ ਚੁੱਕਿਆ ਹੈ। ਇਹਨਾਂ ਏਜੰਟਾਂ ਦੇ ਧੱਕੇ ਚੜ ਕੇ ਕਿੰਨੇ ਕੁ ਨੌਜਵਾਨ ਆਪਣੀਆਂ ਜ਼ਿੰਦਗੀਆਂ ਖਰਾਬ ਕਰ ਚੁੱਕੇ ਨੇ, ਗਾਲ ਚੁੱਕੇ ਨੇ ਜਾਂ ਫਿਰ ਜ਼ਿੰਦਗੀਆਂ ਗਵਾ ਚੁੱਕੇ ਨੇ, ਇਹ ਗਿਣਤੀ ਮਿਣਤੀ ਤੋਂ ਪਰੇ ਦੀ ਗੱਲ ਹੈ। ਪਰ ਹੁਣ ਕੈਨੇਡਾ ਦੀ ਸਰਕਾਰ ਦੇ ਕੋਲੇ ਵੀ ਖਬਰਾਂ ਪਹੁੰਚ ਗਈਆਂ ਨੇ ਕਿ ਠੱਗ ਇਮੀਗ੍ਰੇਸ਼ਨ ਵਾਲੇ ਲੋਕਾਂ ਨੂੰ ਲੁੱਟ ਰਹੇ ਨੇ। ਇਮੀਗ੍ਰੇਸ਼ਨ ਏਜੰਟ ਤੇ ਆਇਲਸ ਕਰਵਾਉਣ ਵਾਲੇ ਸਕੂਲ ਚੰਗੇ ਹੱਥ ਰੰਗ ਰਹੇ ਨੇ। ਜਾਲੀ ਆਇਲਸ ਕਰਨ ਵਾਲਿਆਂ ਨੂੰ ਕੈਨੇਡਾ ਸਰਕਾਰ ਨੇ ਬਰੀਕ ਛਾਨਣੇ ਵਿੱਚੋਂ ਦੀ ਲੰਘਾਉਣ ਦਾ ਤਰੀਕਾ ਆਖਿਰਕਾਰ ਲੱਭ ਲਿਆ ਹੈ। 10ਵੀਂ ਤੇ 12ਵੀਂ ਦੇ ਅੰਗਰੇਜ਼ੀ ਵਿਸ਼ੇ ਦੇ ਵਿੱਚੋਂ ਹੱਥ ਤੰਗ ਵਾਲੇ ਉਮੀਦਵਾਰਾਂ ਦੇ ਆਇਲਸ ਦੇ ਵਿੱਚੋਂ ਚੰਗੇ ਨੰਬਰ ਹੋਣ ਤੇ ਜ਼ਰੂਰੀ ਨਹੀਂ ਕਿ ਡਾਕੂਮੈਂਟਸ ਅਸਲੀ ਮੰਨ ਲਏ ਜਾਣ। ਇਹ ਕੰਮ ਹੁਣ ਉਲਟਾ ਪੈਣ ਲੱਗਿਆ। ਕੈਨੇਡਾ ਦੀ ਸਰਕਾਰ ਨੇ ਹੁਣ ਉੱਥੇ ਪਹੁੰਚਣ ਵਾਲੇ ਵਿਦੇਸ਼ੀਆਂ ਦੀਆਂ ਦਿੱਕਤਾਂ ਦਾ ਹੱਲ ਵੀ ਲੱਭ ਲਿਆ ਹੈ। ਸਰਕਾਰ ਨੇ ਆਪਣੀ ਵੈਬਸਾਈਟ ਤੇ ਸਾਰੀ ਜਾਣਕਾਰੀ ਪਾ ਦਿੱਤੀ ਹੈ ਕਿ ਤੁਹਾਡਾ ਜਹਾਜ਼ ਉਡਾਨ ਕਦੋਂ ਭਰੇਗਾ। ਸਰਕਾਰ ਦੀ ਵੈਬਸਾਈਟ ਤੇ ਜਿਹੜੀ ਤਾਜ਼ਾ ਜਾਣਕਾਰੀ ਪਾਈ ਗਈ ਹੈ ਉਸ ਮੁਤਾਬਿਕ ਵਿਜ਼ਿਟਰ ਵੀਜ਼ੇ ਦੇ ਲਈ ਵੱਧੋ ਵੱਧ 137 ਦਿਨ, ਸਟੂਡੈਂਟ ਵੀਜ਼ੇ ਦੇ ਲਈ 12 ਹਫ਼ਤੇ, ਸਪਾਊਸ ਵੀਜ਼ੇ ਲਈ 23 ਮਹੀਨੇ, ਵਰਕ ਪਰਮਿਟ ਦੇ ਲਈ 29 ਹਫ਼ਤੇ ਦਾ ਵੀਜ਼ਾ ਪ੍ਰੋਸੈਸ ਲੱਗੂਗਾ ਹੀ ਲੱਗੂਗਾ। ਮਾਤਾ ਪਿਤਾ ਤੇ ਦਾਦਾ ਦਾਦੀ ਦੇ ਲਈ ਵੀਜ਼ਾ ਜਾਰੀ ਕਰਨ ਦਾ ਸਮਾਂ 36 ਤੋਂ 48 ਦਿਨ ਮਿਥਿਆ ਗਿਆ ਹੈ। ਸਭ ਤੋਂ ਘੱਟ ਕਿਹਾ ਜਾ ਸਕਦਾ ਹੈ, ਯਾਨੀ ਕਿ 1.5 ਮਹੀਨੇ ਦੇ ਵਿੱਚ ਵੀਜ਼ਾ ਪ੍ਰੋਸੈਸ ਹੋ ਜਾ ਕਰੇਗਾ। ਕੈਨੇਡਾ ਦੀ ਧਰਤੀ ਤੇ ਪਹੁੰਚਣ ਵਾਲਿਆਂ ਨੂੰ PR ਕਾਰਡ ਦੇ ਲਈ 65 ਦਿਨ ਲੱਗਣਗੇ। ਵੈਬਸਾਈਟ ਤੇ ਦਿੱਤੀ ਜਾਣਕਾਰੀ ਦਾ ਮਤਲਬ ਇਹ ਨਹੀਂ ਕਿ ਤੁਹਾਡਾ ਵੀਜ਼ਾ ਪੱਕਾ ਹੈ। ਇਸ ਦਾ ਅਰਥ ਤਾਂ ਇਹ ਹੈ ਕਿ ਤੁਹਾਡੀ ਅਰਜ਼ੀ ਦਾ ਫੈਸਲਾ ਦਿੱਤੇ ਸਮੇਂ ਦੇ ਵਿੱਚ ਸੁਣਾ ਦਿੱਤਾ ਜਾਵੇਗਾ, ਯਾਨੀ ਕਿ ਜਿੰਨਾ ਟਾਈਮ ਦਿੱਤਾ ਗਿਆ ਹੈ ਇਹ ਵੀਜ਼ਾ ਪ੍ਰੋਸੈਸਿੰਗ ਦਾ ਟਾਈਮ ਹੈ। ਕਿ ਜੇ ਤੁਸੀਂ ਵਰਕ ਪਰਮਿਟ ਅਪਲਾਈ ਕੀਤਾ ਤਾਂ 29 ਹਫ਼ਤੇ ਲੱਗਣਗੇ ਹੀ ਲੱਗਣਗੇ। ਜੇ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਤਾਂ 12 ਹਫ਼ਤੇ ਲੱਗਣਗੇ। ਪਰ ਇਹਦਾ ਮਤਲਬ ਇਹ ਨਹੀਂ ਕਿ ਸਰਕਾਰ ਤੁਹਾਨੂੰ ਵੀਜ਼ਾ ਦੇਵੇਗੀ। 12 ਹਫ਼ਤਿਆਂ ਦੇ ਬਾਅਦ ਤੁਹਾਨੂੰ ਵੀਜ਼ਾ ਮਿਲ ਵੀ ਸਕਦਾ ਹੈ, ਵੀਜ਼ਾ ਰੱਦ ਵੀ ਹੋ ਸਕਦਾ ਹੈ। ਇਮੀਗ੍ਰੇਸ਼ਨ ਕੰਪਨੀਆਂ ਜਾਂ ਏਜੰਟ ਕੈਨੇਡਾ ਜਾਣ ਵਾਲਿਆਂ ਤੋਂ ਲੱਗਣ ਵਾਲੇ ਸਮੇਂ ਦਾ ਲਕੋਰ ਰੱਖ ਲੈਂਦੇ ਨੇ, ਜਿਸ ਕਰਕੇ ਉਮੀਦਵਾਰਾਂ ਨੂੰ ਇੱਧਰ ਉੱਧਰ ਦੇ ਧੱਕੇ ਖਾਣੇ ਪੈਂਦੇ ਨੇ। ਪਰ ਹੁਣ ਕੈਨੇਡਾ ਦੀ ਸਰਕਾਰ ਨੇ ਵੈਬਸਾਈਟ ਦੇ ਉੱਤੇ ਸਾਰੀ ਜਾਣਕਾਰੀ ਸਪਸ਼ਟ ਅੱਖਰਾਂ ਦੇ ਵਿੱਚ ਲਿਖ ਦਿੱਤੀ ਹੈ, ਹਰ ਤਰ੍ਹਾਂ ਦੇ ਵੀਜ਼ੇ ਦੇ ਨਾਲ ਸੰਬੰਧਿਤ। ਇੱਕ ਹੋਰ ਜਾਣਕਾਰੀ ਮੁਤਾਬਿਕ ਕੈਨੇਡਾ ਸਰਕਾਰ ਨੇ ਬੈਕਲੌਗ ਕੱਢਣ ਦੇ ਲਈ 1250 ਮੁਲਾਜ਼ਮ ਭਰਤੀ ਕਰ ਲਏ ਨੇ। ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਵਿਭਾਗ ਨੂੰ ਫੰਡ ਵੀ ਪਹਿਲਾਂ ਨਾਲੋਂ ਵੱਧ ਜਾਰੀ ਕੀਤੇ ਗਏ ਨੇ।
अगस्त महीने दे विच जानकारी सामने आई सी। लगातार खबर आईयां सी कि वीज़ा प्रक्रिया दे विच बहुत टाइम लग रहा है। विद्यार्थियों ने अपना जिहड़ा वीज़ा अपलाई किया हुंदा है उन्हां दा कोर्स भी अद्धा लंघ जांदा है, वीज़ा हले आया नहीं हुंदा। ये देरी तां हो रही सी क्योंकि विभाग दे विच इमीग्रेशन विभाग दे विच जिहड़े जिन्ने चाहीदे हुंदे ने उन्ने मुलाजम नहीं सन। इस करके हुण 1250 मुलाजमां दी भर्ती की गई है ताकि फाइलां जिहड़ियां लटकियां पईयां ने उन्हां दी प्रोसैसिंग छेती हो सके। इमीग्रेशन कंपनियां जां एजेंटां कोल जाण दी थां हुण तुसीं घर बैठे सारी जानकारी लै सकदे हो। कैनेडा सरकार दी वैबसाइट ते जाण तो बाद तुसीं प्रोसैसिंग वाले सैक्शन दे विच जाना है। सिलेक्ट इन एप्लीकेशन टाइप करन दे नाल इह सारी सूची खुल जूगी। उस तो बाद जदों विजिट वीज़ा इन कंट्री जां आउट कंट्री ते क्लिक करोगे तां तुहाडे मूहरे मुल्कां दी ऑप्शन आ जाएगी। इत्थे जदों तुसीं अपना माउस लैके जाओगे तां सारी दी सारी जानकारी तुहाडे सामने आ जाऊगी। नवें फैसले दे मुताबिक तुहाडे फिंगरप्रिंट होण तो बाद प्रोसैस दी जानकारी भी नालों नाल देण दा प्रबंध कीता गया। वीज़ा स्टूडेंट होवे जां वर्क परमिट जां फिर सैर सपाटा, बहुतियां दा मकसद कैनेडा दे विच जाके पक्के होना ही हुंदा है। पिछले 6 सालां दे विच 2,81,000 पंजाब तो विदेशां नूं पढ़न गए विद्यार्थी ने। रोजाना 140 विद्यार्थी उड़ाणा इत्थों भर जांदे ने। हर 20वें घर दा एक बच्चा स्टडी वीज़े ते विदेश गया होया। स्टडी वीज़े ते औसतन खर्चा 15 ਲੱਖ मान लिया जावे तां पढ़ाई दे नां ते पंजाब विचों 40 करोड़ तो वध सरमाया बाहर गया है। पंजाब दे विच 40 ਲੱਖ घर ने ते 54 ਲੱਖ तो वध पासपोर्ट बन चुके ने। हुण जदों कैनेडा सरकार ने स्टूडेंट वीज़े समेत होर सारा कुछ इन्ना सौखा कर दिता है तां घट्टो घट्ट जिहड़े पढ़े लिखे लोग ने, जिहड़े जागरूक नौजवान ने, वो इन्हां ठग एजेंटां तो धोखा खाण तो जरूर बच सकते हैं। इन्हां दे धक्के चढ़न तो जरूर बचण। असीं अपील करांगे कि तुसीं जिहड़ी कैनेडा सरकार दी वैबसाइट है उस ते सब तो पहलां जाओ, उत्थों सारी जानकारी लो, सारा कुछ पता लग जाता है। फिर इन्हां एजेंटां दे कोल जाण दी लोड़ नहीं है। जिहड़ा तुहाडे परिवार दे विच पढ़िया लिखिया व्यक्ति वो सारा कुछ पढ़ सकदा है कि किहड़ी फाइल दी लोड़ है, इत्थे की अटैच करना है। बहुत सौखा प्रोसैस हुंदा है। सानूं सिर्फ डर हुंदा है तां इंग्लिश दा डर हुंदा है कि इंग्लिश दे विच लिखिया किते कुछ गलत ना समझ लईए, पर सारा कुछ हो जांदा हुंदा है। अगली जिहड़ी खबर है वो आस्ट्रेलिया तो आई है। आस्ट्रेलिया दी सरकार ने भी खुशखबरी दित्ती है उन्हां लोकां नूं जिहड़े आस्ट्रेलिया दे विच पक्के होना चाहुंदे ने। अगले साल दे विच आस्ट्रेलिया अंदर कामिਆਂ ਦੀ कमी होर वध सकदी है ते खुलासा ताज़ा अंकड़ियां तो होया है। आस्ट्रेलियन ब्यूरो ऑफ स्टैटिस्टिक्स दे वल्लों जारी कीते ताज़ा अंकड़ियां तो पता लगदा है कि पिछले महीने आस्ट्रेलिया दे विच नौकरी लभण वाले घट सन, जदकि असामियां वध खाली पईयां सन। यानी कि इत्थे असामियां भरीਆਂ नहीं जांदियां, लोक घट रहे ने। ब्यूरो दे लेबर स्टैटिस्टिक्स दे मुखी बिजोरन जारविस ने कहा है कि बेरोजगारी विच गिरावट वध रही लेबर मार्केट नूं दर्शाउंदी है, जिहदे विच उच्चे अहुदे वालीਆਂ असामियां भी खाली पईयां ने। सरकारी डेटा मुताबिक आस्ट्रेलिया दे विच बेरोजगारी दी दर 3.4% ते आ गई है, जो कि 48 सालां दे विच सब तो घट है। यानी कि आस्ट्रेलिया दे विच हुण लोकां नूं ज़्यादातर लोकां नूं रोजगार मिल चुकिया, उत्थे बेरोजगारी बहुत ही घट गई है। ਜਾਂ कह सकते हैं कि वो लोग बेरोजगार ने ਜਿਹੜੇ ਕੰਮ नहीं करना चाहते। इसका मतलब है कि अगले समय ਦੇ ਵਿੱਚ ਹੋਰ ਕਾਮਿਆਂ ਦੀ ਇੱਥੇ ਲੋੜ ਪਵੇਗੀ ਤੇ ਜਿਹੜੇ ਵਿਦੇਸ਼ੀ ਲੋਕ ਉੱਥੇ ਜਾ ਕੇ ਵਸਣਾ ਚਾਹੁੰਦੇ ਨੇ, ਵਿਦੇਸ਼ੀ ਕਾਮੇ, ਉਹਨਾਂ ਦੇ ਰਾਹੀਂ ਇਹ ਕਮੀ ਪੂਰੀ ਕੀਤੀ ਜਾਊਗੀ। ਤੇ 1974 ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਘੱਟ ਬੇਰੁਜ਼ਗਾਰੀ ਦੀ ਦਰ ਪਾਈ ਗਈ ਹੈ। ਸਰਕਾਰ ਦੇ ਕਿਰਤ ਮੰਤਰਾਲੇ ਨੇ ਕਿਹਾ ਕਿ ਆਸਟ੍ਰੇਲੀਆ ਦੇ ਉਸਾਰੀ, ਨਰਸਿੰਗ ਅਤੇ ਰੈਸਟੋਰੈਂਟ ਉਹਨਾਂ 10 ਖੇਤਰਾਂ ਦੇ ਵਿੱਚ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚ ਅਗਲੇ 5 ਸਾਲਾਂ ਦੌਰਾਨ ਸਭ ਤੋਂ ਵੱਧ ਕਾਮਿਆਂ ਦੀ ਮੰਗ ਰਹਿਣ ਦੀ ਸੰਭਾਵਨਾ ਹੈ। यानी कि नर्सिंग वाले ਜਿਹੜੀਆਂ ਕੁੜੀਆਂ ਨੇ ਜਾਂ ਮੁੰਡੇ ਨੇ ਜਿਹੜੇ ਨਰਸਿੰਗ ਕਰਦੇ ਨੇ ਉਹਨਾਂ ਦਾ ਫਿਊਚਰ ਬਹੁਤ ਬ੍ਰਾਈਟ ਹੈ। ਜਿਹੜੇ ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਨੇ, ਹੋਟਲ ਮੈਨੇਜਮੈਂਟ ਦੇ ਨਾਲ ਜੁੜੇ ਹੁੰਦੇ ਨੇ, ਉਹਨਾਂ ਦਾ ਕੰਮ ਬਹੁਤ ਬ੍ਰਾਈਟ ਹੈ। ਜਾਂ ਫਿਰ ਉਸਾਰੀ ਦੇ ਨਾਲ ਜੁੜੇ ਹੋਏ ਕਾਮੇ ਹੁੰਦੇ ਨੇ, ਮਿਸਤਰੀ ਪੁਣੇ ਦਾ ਕੰਮ ਹੁੰਦਾ ਹੈ, ਉਹਨਾਂ ਦੀ ਕਮੀ, ਉਹਨਾਂ ਦੀ ਜਿਹੜੀ ਮੰਗ ਹੈ ਉਹ ਅਗਲੇ 5 ਸਾਲਾਂ 'ਚ ਵਧਣ ਵਾਲੀ ਹੈ। ਸਰਕਾਰ ਨੇ ਮੁਲਕ ਦੇ ਵਿੱਚ ਕਾਮਿਆਂ ਦੀ ਘਾਟ ਨੂੰ ਦੂਰ ਕਰਨ ਲਈ ਆਸਟ੍ਰੇਲੀਆ ਦੇ ਸਥਾਈ ਮਾਈਗ੍ਰੇਸ਼ਨ ਕੈਂਪ ਨੂੰ 1,60,000 ਤੋਂ ਵਧਾ ਕੇ 1,95,000 ਤੱਕ ਕਰਨ ਨੂੰ ਸਹਿਮਤੀ ਵੀ ਦੇ ਦਿੱਤੀ ਹੈ। ਤੇ ਸਰਕਾਰ ਦੇ ਕਮਿਸ਼ਨ ਨੇ ਘੱਟੋ ਘੱਟ ਉਜਰਤ ਦੇ ਵਿੱਚ 5.2% ਵਾਧਾ ਕਰਨ ਦਾ ਵੀ ਐਲਾਨ ਕੀਤਾ ਹੈ। ਹੁਣ ਉਜਰਤ ਯਾਨੀ ਕਿ ਦਿਹਾੜੀ $21.38 ਪ੍ਰਤੀ ਘੰਟਾ ਹੈ। यूनियन ने घट आमदनी वाले कामिਆਂ ਨੂੰ वाधी महंगाई तो बचाने लिए 5.5% वाधे की मांग की सी, जबकि व्यापारिक ग्रुपां ने 2.5 ਤੋਂ 3% ਦੇ ਵਿਚਕਾਰ वाधे की दलील दी सी। सो आस्ट्रेलिया तो वड्डी राहत वाली खबर है। हालांकि आस्ट्रेलिया दे विच जाके पक्के होना इन्ना सौखा नहीं हुंदा। इत्थों दा जिहड़ा प्रोसैसिंग पीरीयड
लिमिटेड है जां फिर इत्थों दी जिहड़ी प्रक्रिया है वीज़ा प्रक्रिया वो इन्नी सौखी नहीं हुंदी। बहुत सारियां शर्तां ने जिहड़ियां ਉਹ ਲੋਕਾਂ ਨੂੰ ਪੂਰੀਆਂ ਕਰਨੀਆਂ ਪੈਂਦੀਆਂ ਨੇ ਪਰ ਇੱਕ ਪੀਸਫੁਲ ਕੰਟਰੀ ਮੰਨੀ ਜਾਂਦੀ ਹੈ। ਆਸਟ੍ਰੇਲੀਆ ਦੇ ਵਿੱਚ ਇੱਕ ਵਧੀਆ ਤਰੀਕੇ ਦਾ ਜਿਹੜਾ ਲਾਈਫ ਸਟਾਈਲ ਹੈ ਲੋਕਾਂ ਨੂੰ ਮਿਲਦਾ ਹੈ ਤੇ ਇੱਥੇ ਰੁਜ਼ਗਾਰ ਦੇ ਵਜੋਂ ਹਾਲਾਂਕਿ ਜਿਹੜੀ ਕਰੰਸੀ ਹੈ ਉਹ ਬਹੁਤ ਜ਼ਿਆਦਾ ਮਹਿੰਗੀ ਨਹੀਂ ਹੈ। ਕੈਨੇਡਾ ਅਮਰੀਕਾ ਦੇ ਮੁਕਾਬਲੇ ਆਸਟ੍ਰੇਲੀਅਨ ਡਾਲਰ ਹੈ ਜਿਹੜਾ ਉਹ ਸਸਤਾ ਹੈ ਪਰ ਇੱਥੇ ਕ੍ਰਾਈਮ ਬਹੁਤ ਘੱਟ ਹੈ। ਪੰਜਾਬੀ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਜਾ ਕੇ ਵਸ ਚੁੱਕੇ ਨੇ। ਪ੍ਰਾਈਮ ਟਾਈਮ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ।